ਹੈਲੋ ਕੈਪਟਨ ਸਾਹਿਬ, ਸਤਿ ਸ਼੍ਰੀ ਅਕਾਲ। ਅਮਰੀਕ ਸਿੰਘ ਪ੍ਰਿੰਸ ਬੋਲ ਰਿਹਾ, ਤਹਿਲਕਾ ਟੀਵੀ ਤੋਂ ਐਡੀਟਰ। ਕੈਪਟਨ ਸਰ, ਇੱਕ ਲੋਕਾਂ ਦਾ ਬਹੁਤ ਵੱਡਾ ਸਵਾਲ ਸੀ ਫੇਸਬੁੱਕ ਤੇ ਯੂਟਿਊਬ ਤੇ ਵੀ ਲੋਕੀ ਕਹਿ ਰਹੇ ਆ ਵੀ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੂਗਾ। ਇੰਨਾ ਟਾਈਮ ਨਿਕਲ ਗਿਆ ਤੇ ਬੱਚੇ ਪੜ੍ਹ ਵੀ ਨਹੀਂ ਸਕ ਰਹੇ ਸਕੂਲਾਂ 'ਚ, ਤੇ ਸਕੂਲ ਬੰਦ ਪਏ ਨੇ, ਤੇ ਬੱਚਿਆਂ ਦਾ ਭਵਿੱਖ ਕੀ ਹੋਏਗਾ। ਅਸੀਂ ਅੱਜ ਫੈਸਲਾ ਕਰ ਲਿੱਤਾ ਕਿ 5ਵੀਂ 8ਵੀਂ ਔਰ 10ਵੀਂ ਦੇ ਕੋਈ ਇਮਤਿਹਾਨ ਨਹੀਂ ਹੋਣੇ, ਬੱਚੇ ਸਾਰਿਆਂ ਨੂੰ ਪਾਸ ਕੀਤਾ ਜਾਵੇਗਾ। ਔਰ 12ਵੀਂ ਜਿਹੜੀ ਹੈ ਉਹ ਜੋ ਸੈਂਟਰ ਗਵਰਨਮੈਂਟ ਦੀ ਕਿਉਂਕਿ ਅੱਧੇ ਤੋਂ ਜ਼ਿਆਦਾ ਉਹਨਾਂ ਦੇ ਇਮਤਿਹਾਨ ਹੋ ਚੁੱਕੇ ਨੇ, ਜੋ ਫੈਸਲਾ ਗਵਰਨਮੈਂਟ ਆਫ ਇੰਡੀਆ ਕਰੇਗੀ, CBSE ICSE ਜੋ ਵੀ ਹੈ, ਉਹ ਸਾਰਾ ਕੁਛ ਉਦੋਂ ਅਸੀਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਲੇਕਿਨ ਮੈਂ ਐਲਾਨ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਸਵਾਲ ਆਉਂਦੇ ਰਹਿੰਦੇ ਨੇ ਮੇਰੇ ਕੋਲ, ਤਾਂ ਜ਼ਰੂਰੀ ਹੈ ਕਿ ਇਸ ਸਮੇਂ ਤਾਂ ਕਿ ਬੱਚਿਆਂ ਨੂੰ ਪਤਾ ਹੋਏ ਕਿ ਅੱਗੇ ਉਹਨਾਂ ਦਾ ਕੀ ਬਣਨਾ ਹੈ ਔਰ ਕਿੱਥੇ ਕਿਹੜੇ ਕਲਾਸਾਂ ਦੇ ਵਿੱਚ ਜਾਣਗੇ। ਕੈਪਟਨ ਸਾਹਿਬ, ਦੂਸਰਾ ਸਵਾਲ ਇਹ ਆ ਵੀ ਆਮ ਪ੍ਰਵਾਸੀ ਲੋਕੀ ਜਿਹੜੇ ਹੈਗੇ ਨੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਆ, ਇਹਦੇ ਨਾਲ ਇੰਡਸਟਰੀ 'ਚ ਬਹੁਤ ਵੱਡਾ ਫਰਕ ਪੈ ਰਿਹਾ ਆ, ਤੇ ਇਹਨੂੰ ਆਪਾਂ ਕਿਸ ਤਰ੍ਹਾਂ ਰੋਕ ਸਕਦੇ ਹਾਂ, ਕਿਸ ਤਰ੍ਹਾਂ ਆਪਾਂ ਇੰਡਸਟਰੀ ਚਲਾ ਸਕਦੇ, ਇਸ ਬਾਰੇ ਕੁਛ ਚਾਨਣਾ ਪਾਉਂਗੇ। ਦੇਖੋ, ਜਿਹੜਾ ਕੋਈ ਦੂਰ ਹੈ ਘਰ ਚੋਂ, ਅੱਜ ਬੜੇ ਪੰਜਾਬੀ ਉਰੇ ਆਉਣਾ ਚਾਹੁੰਦੇ ਨੇ ਵਾਪਸ, ਜਿਹੜੇ ਦੂਜੇ ਸੂਬਿਆਂ 'ਚ ਬੈਠੇ ਨੇ, ਕਿਉਂਕਿ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਅਸੀਂ ਆਪਣੇ ਘਰਾਂ ਜਾਈਏ। ਖਾਸ ਕਰਕੇ ਜਦ ਔਖੀ ਘੜੀ ਦੇ ਵਿੱਚ ਹੈ, ਜੈਸੇ ਹੁਣ ਪੰਜਾਬ ਲੰਘ ਰਿਹਾ, ਉਹ ਆਉਣਾ ਚਾਹੁੰਦੇ ਨੇ ਵਾਪਸ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਨੂੰ ਮਿਲਣ ਲਈ। ਅਸੀਂ ਆਪਾਂ ਨੂੰ ਕੈਸੇ ਰੋਕ ਸਕਦੇ ਹਾਂ ਉਹਨਾਂ ਨੂੰ। ਤੋ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਜਾਣਾ ਚਾਹੁੰਦੇ ਹਾਂ, ਅਸੀਂ ਤਾਂ ਉਹਨਾਂ ਵਾਸਤੇ ਟ੍ਰੇਨਾਂ ਵੀ ਕੀਤੀਆਂ ਨੇ। ਕਿਉਂ ਕੀਤੀਆਂ ਨੇ ਟ੍ਰੇਨਾਂ ਅਸੀਂ? ਕਿਉਂਕਿ ਜਿਹੜਾ ਬੰਦਾ ਆਪਣਾ ਰੋਟੀ ਨਹੀਂ ਖਾ ਸਕਦਾ, ਜਿਨ੍ਹਾਂ ਨੂੰ ਅਸੀਂ ਰੋਟੀ ਆਪ ਦੇ ਰਹੇ ਹਾਂ, ਪੰਜਾਬ ਸਰਕਾਰ ਦੇ ਰਹੀ ਹੈ ਉਹਨਾਂ ਨੂੰ, ਉਹ ਕਿੱਥੋਂ ਆਪਣਾ ਟਿਕਟ ਲਊਗਾ ਅੱਗੇ ਜਾਣ ਵਾਸਤੇ ਆਪਣੇ ਘਰ। ਉਸ ਲਈ ਅਸੀਂ ਟ੍ਰੇਨਾਂ ਵੀ ਕੀਤੀਆਂ ਨੇ। ਲੇਕਿਨ ਇੰਨੀ ਖੁਸ਼ੀ ਮੈਂ ਤੁਹਾਨੂੰ ਦੱਸ ਸਕਦਾ ਹੋਈ ਹੈ ਕਿ ਜਿਹੜੀ ਅੱਜ ਟ੍ਰੇਨਾਂ ਜਾਣੀਆਂ ਸੀਆਂ, ਉਹਨਾਂ ਦੇ ਵਿੱਚੋਂ 35% ਜਿਨ੍ਹਾਂ ਨੇ ਨਾਮ ਦਿੱਤੇ ਸੀ ਜਾਣ ਵਾਸਤੇ, ਉਹ ਨਹੀਂ ਗਏ। ਉਹਦਾ ਮਤਲਬ ਕਿ ਉਹ ਹੁਣ ਸਮਝਦੇ ਨੇ ਕਿ ਪੰਜਾਬ ਦੀ ਇੰਡਸਟਰੀ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਨੇ, ਜਾਂ ਪੰਜਾਬ ਦੀ ਹੁਣ ਫਸਲ ਲੱਗਣੀ ਅਗਲੀ, ਉਹਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ। ਅਤੇ ਇਹ ਖੁਸ਼ੀ ਦੀ ਬਾਤ ਹੈ। ਔਰ ਮੈਂ ਸਮਝਦਾ ਕਿ ਹੋਰ ਵੀ ਇਹਨਾਂ ਵਿੱਚੋਂ, ਕਿਉਂਕਿ 13 ਲੱਖ ਆਪਣੇ ਕੋਲ ਮਾਈਗਰੈਂਟ ਵਰਕਰ ਹੈ, ਔਰ 13 ਲੱਖ ਦੇ ਵਿੱਚੋਂ ਅਗਰ ਅੱਧੇ ਤੋਂ ਜ਼ਿਆਦਾ ਰੁਕ ਜਾਣ, ਪੰਜਾਬ ਦੇ ਹਾਲਾਤ ਬਹੁਤ ਸੁਧਰ ਜਾਣਗੇ। ਇਹ 13 ਲੱਖ ਵਿੱਚੋਂ ਸਿਰਫ 10 ਲੱਖ ਨੇ ਆਪਣੇ ਨਾਮ ਦਿੱਤੇ ਸੀ, ਉਹਨਾਂ 'ਚੋਂ 35% ਨੇ ਕਿਹਾ ਕਿ ਅਸੀਂ ਨਹੀਂ ਜਾਣਾ। ਤੋ ਦੇਖ ਲਓ, ਅੱਧੋ ਅੱਧ ਤਕਰੀਬਨ ਹੋ ਗਿਆ। ਉਹ ਸਾਡੇ ਖੇਤੀਬਾੜੀ ਵਾਸਤੇ ਵੀ ਔਰ ਸਾਡੇ ਇੰਡਸਟਰੀ ਵਾਸਤੇ ਵੀ ਇਹਦਾ ਭਲਾ ਹੈ। ਕੈਪਟਨ ਸਾਹਿਬ, ਆਪਣੇ ਪੰਜਾਬੀ ਬਹੁਤ ਸਾਰੇ ਬਾਹਰ ਮੁਲਕਾਂ 'ਚ ਫਸੇ ਹੋਏ ਆ, ਉਹ ਇੱਥੇ ਆਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ, ਆਪਣੇ ਪਰਿਵਾਰ 'ਚ, ਆਪਣੇ ਬੱਚਿਆਂ ਦੇ ਵਿੱਚ। ਉਹਨਾਂ ਵਾਸਤੇ ਆਪਾਂ ਕੀ ਕਰ ਰਹੇ ਹਾਂ। ਇਸ ਦੇ ਬਾਰੇ ਗਵਰਨਮੈਂਟ ਆਫ ਇੰਡੀਆ ਨੇ ਹੁਣ ਫੈਸਲੇ ਕਰ ਲਿੱਤੇ ਨੇ। 4 ਇੰਡੀਅਨ ਨੇਵਲ ਦੇ ਸ਼ਿਪਸ ਜਿਹੜੇ ਨੇ, ਸਮੁੰਦਰੀ ਜਹਾਜ਼ ਜਿਹੜੇ ਨੇ, ਉਹ ਹੁਣ ਗਲਫ ਸਟੇਟਾਂ ਦੇ ਵਿੱਚ ਉੱਥੇ ਗਏ ਹੋਏ ਨੇ ਬੰਦਿਆਂ ਨੂੰ ਲੈਣ ਵਾਸਤੇ। ਔਰ ਜਿਹੜੇ ਏਅਰ ਇੰਡੀਆ ਦੇ ਹੀ ਹੋਰ ਜਹਾਜ਼ਾਂ ਦਾ ਤਾਂ ਮੈਨੂੰ ਨਹੀਂ ਪਤਾ, ਲੇਕਿਨ ਏਅਰ ਇੰਡੀਆ ਦੇ 74 ਫਲਾਈਟਸ ਬੁੱਕ ਕੀਤੀਆਂ ਨੇ ਸਾਰੀ ਦੁਨੀਆ 'ਚੋਂ, ਆਪਣੇ ਜਿਹੜੇ ਹਿੰਦੁਸਤਾਨੀ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਆਉਣ ਵਾਸਤੇ। ਤੋ ਇਹ ਮੈਨੂੰ ਪਤਾ ਹੈ। ਦੂਸਰੇ ਵੀ ਮੇਰਾ ਖਿਆਲ ਏਅਰਲਾਈਨਸ ਵਗੈਰਾ ਗਵਰਨਮੈਂਟ ਆਫ ਇੰਡੀਆ ਵਰਤੇਗੀ, ਔਰ ਸਾਰੇ ਜਿੱਥੇ ਸਾਡੇ ਲੋਕ ਬੈਠੇ ਨੇ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਇਸੇ ਤਰੀਕੇ ਨਾਲ UK ਆਪਣੇ ਬੰਦਿਆਂ ਨੂੰ ਉਰੋਂ ਲੈ ਗਈ, ਮਲੇਸ਼ੀਆ ਆਪਣੇ ਬੰਦਿਆਂ ਨੂੰ ਉਰੋਂ ਹਿੰਦੁਸਤਾਨ ਤੋਂ ਲੈ ਗਏ ਨੇ। ਉਸੇ ਤਰੀਕੇ ਨਾਲ ਅਸੀਂ ਆਪਣੇ ਲੋਕਾਂ ਨੂੰ ਜਿਹੜੇ ਆਉਣਾ ਚਾਹੁੰਦੇ ਨੇ ਉੱਥੋਂ ਲੈ ਕੇ ਆਉਣ ਵਾਸਤੇ ਤਿਆਰੀ ਕਰ ਰਹੇ ਹਾਂ। ਕੈਪਟਨ ਸਾਹਿਬ, ਇੱਕ ਹੋਰ ਗੱਲ ਹੈ, ਆਪਾਂ ਇੱਥੇ ਟੈਸਟ ਕਿਉਂ ਨਹੀਂ ਇੰਨੇ ਕਰ ਰਹੇ? ਕਾਰਨ ਕੀ ਹੈ? ਆਪਣੇ ਕੋਲ ਪੈਸਾ ਹੈ ਨਹੀਂ, ਜਾਂ ਕੀ ਕਾਰਨ ਹੈ ਜਿਹੜਾ ਆਪਾਂ ਟੈਸਟ ਨਹੀਂ ਕਰ ਰਹੇ? ਲੋਕਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਆਪਾਂ ਟੈਸਟ ਇੱਥੇ ਕਿਉਂ ਨਹੀਂ ਕਰ ਰਹੇ ਜ਼ਿਆਦਾ। ਸਾਧਨ ਨਹੀਂ ਆਪਣੇ ਕੋਲ। ਸਾਧਨ ਇਸ ਮਤਲਬ ਸਾਡੇ ਲੈਬੋਰਟਰੀਆਂ ਨਹੀਂ, ਸਾਡੇ ਇਹ ਨਹੀਂ ਕਿ ਪੈਸੇ ਨਹੀਂ ਹੈ, ਲੈਬੋਰਟਰੀਆਂ ਨਹੀਂ। ਹੁਣ ਲੈਬੋਰਟਰੀਆਂ ਜਦ ਸ਼ੁਰੂ ਹੋਇਆ ਸੀ ਕੋਵਿਡ, ਸਾਡੇ ਕੋਲ ਜਾਂ ਤਾਂ ਮੈਡੀਕਲ ਕਾਲਜ ਅੰਮ੍ਰਿਤਸਰ, ਜਾਂ ਮੈਡੀਕਲ ਕਾਲਜ ਪਟਿਆਲਾ, ਜਾਂ PGI ਚੰਡੀਗੜ੍ਹ, 3 ਜਗ੍ਹਾ 'ਚ ਹੁੰਦੇ ਸੀ। ਔਰ ਉਹ ਵੀ 400 ਔਰ ਮੇਰਾ 300, ਕੋਈ 1100 ਦੇ ਕਰੀਬ। ਔਰ ਆਪਣੀ ਆਬਾਦੀ ਕਿੰਨੀ ਹੈ? 32 ਮਿਲੀਅਨ, 3.2 ਕਰੋੜ। ਤੋ 1100 ਨਾਲ ਤਾਂ ਕੁਛ ਵੀ ਨਹੀਂ। ਇਸ ਵੇਲੇ ਵੀ ਅਸੀਂ 2500 'ਤੇ ਪਹੁੰਚੇ ਹੋਏ ਹਾਂ, ਔਰ ਇਹ ਮੇਰਾ ਖਿਆਲ ਜੂਨ ਤੱਕ ਅਸੀਂ 8000 ਤੱਕ ਲੈ ਜਾਵਾਂਗੇ। ਪਰ 8000 ਵੀ ਕੁਛ ਨਹੀਂ, ਜਿਸ ਤਰੀਕੇ ਦੀ ਆਬਾਦੀ ਹੈ ਸਾਡੀ। ਸਾਨੂੰ ਤਾਂ ਇਹ ਤੁਸੀਂ ਸੁਣਦੇ ਹੋਣੇ ਹੋ ਟੈਲੀਵਿਜ਼ਨ 'ਤੇ,
ਜਦ ਇਹ ਮਾਹਰ ਆਉਂਦੇ ਨੇ ਉਹ ਟੈਲੀਵਿਜ਼ਨ 'ਤੇ ਇਹੀ ਕਹਿੰਦੇ ਨੇ, ਟੈਸਟ 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 ਅਗੇਨ ਐਂਡ ਕੀਪ ਟੈਸਟਿੰਗ, ਕਿਉਂਕਿ ਟੈਸਟਿੰਗ ਨਾਲ ਹੀ ਪਤਾ ਲੱਗਦਾ ਹੈ ਕਿ ਕਿੰਨੀ ਸਾਡੇ ਇੱਥੇ ਫੈਲਿਆ ਹੋਇਆ ਕੰਮ। ਔਰ ਇਹ ਸਾਰੇ ਹਿੰਦੁਸਤਾਨ 'ਚ, ਸਿਰਫ ਪੰਜਾਬ 'ਚ ਹੀ ਨਹੀਂ, ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇਹੀ ਗੱਲ ਇਹ ਫੈਲੀ ਹੋਈ ਹੈ ਹੁਣ, ਜਿਹਦੇ ਨਾਲ ਹਰ ਸੂਬੇ ਦੇ ਵਿੱਚ ਇਹ ਹੁਣ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਟੈਸਟਿੰਗ ਦੀ ਘਾਟ ਹੈ। ਸੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਟੈਸਟਿੰਗ ਦੀਆਂ, ਅਸੀਂ ਸਾਰੇ ਮਹਿਸੂਸ ਕਰਦੇ ਹਾਂ। ਮੇਰਾ ਖਿਆਲ ਕੋਈ ਸੂਬਾ ਨਹੀਂ ਜਿਹੜਾ ਮਹਿਸੂਸ ਨਹੀਂ ਕਰਦਾ, ਗਵਰਨਮੈਂਟ ਆਫ ਇੰਡੀਆ ਵੀ ਮਹਿਸੂਸ ਕਰਦੀ ਹੈ, ਔਰ ਸਾਡੀ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਇਹ ਟੈਸਟਿੰਗ ਦੇ ਸਾਧਨ ਵਧਾਈਏ, ਔਰ ਉਹਦੇ ਵਾਸਤੇ ਅਸੀਂ ਨਵੀਂ ਮਸ਼ੀਨਰੀ, ਨਵੀਂ ਇਕੁਇਪਮੈਂਟ ਜਿਹੜੀ ਚਾਹੀਦੀ ਹੈ ਸਾਡੇ ਲੈਬੋਰਟਰੀਜ਼ ਵਾਸਤੇ, ਨਵੀਆਂ ਲੈਬੋਰਟਰੀਆਂ ਔਰ ਟੈਸਟਿੰਗ ਦਾ ਜਿਹੜਾ ਸਮਾਨ ਹੈ ਉਹ ਸਾਰਾ ਅਸੀਂ ਹੁਣ ਮੰਗਵਾਇਆ ਹੋਇਆ ਔਰ ਉਹ ਆਏਗਾ, ਔਰ ਅਸੀਂ ਇਸ ਨੂੰ ਵਧਾਉਣਾ ਚਾਹੁੰਦੇ ਹਾਂ। ਲੇਕਿਨ ਜੈਸੇ ਮੈਨੇ ਕਿਹਾ, ਇਹ ਪੂਰੇ ਹਿੰਦੁਸਤਾਨ 'ਚ ਆਪਾਂ ਨੂੰ ਟੈਸਟਿੰਗ ਕਰਾਉਣ ਦੀ ਬਹੁਤ ਲੋੜ ਹੈਗੀ। ਕੈਪਟਨ ਸਾਹਿਬ, ਇੱਕ ਹੋਰ ਸਵਾਲ ਸੀ ਫੇਸਬੁੱਕ ਤੇ ਜਨਤਾ ਦਾ। ਜਨਤਾ ਇਹ ਕਹਿ ਰਹੀ ਹੈ, ਪਬਲਿਕ ਆਪਣੇ ਪੰਜਾਬ ਦੀ ਇਹ ਕਹਿ ਰਹੀ ਹੈ ਵੀ ਇਹਨਾਂ ਨੂੰ ਡਰਾਈ ਰਾਸ਼ਨ ਨਹੀਂ ਮਿਲਿਆ। ਕੁਝ ਜਗ੍ਹਾ ਤੇ ਤਾਂ ਅਸੀਂ ਆਪ ਦੇਖਿਆ, ਮੀਡੀਆ ਨੇ ਵੀ ਦੇਖਿਆ ਵੀ ਡਰਾਈ ਰਾਸ਼ਨ ਮਿਲ ਰਿਹਾ ਆ, ਔਰ ਪੁਲਿਸ ਵਾਲੇ ਵੀ ਦੇ ਰਹੇ ਆ, ਕੁਝ ਸੰਸਥਾਵਾਂ ਦੇ ਰਹੀਆਂ ਆ, ਪਰ ਕੁਝ ਜਿਹੜੇ ਕੌਂਸਲਰ ਹੈਗੇ ਇਹ ਥੋੜ੍ਹਾ ਜਿਹਾ ਹੇਰਾ ਫੇਰੀ ਕਰ ਰਹੇ ਆ। ਤੇ ਡਰਾਈ ਰਾਸ਼ਨ ਆਪਾਂ ਕਿੱਦਾਂ ਦੇ ਰਹੇ ਆ, ਕੀ ਬੰਦੋਬਸਤ ਕੀਤੇ ਆ, ਤੇ ਕਿੱਦਾਂ ਲੋਕਾਂ ਕੋਲ ਪਹੁੰਚ ਰਿਹਾ ਜਾਂ ਨਹੀਂ ਪਹੁੰਚ ਰਿਹਾ, ਇਸ ਬਾਰੇ ਕੀ ਚਾਨਣਾ ਪਾਉਂਗੇ? ਹੈਰਾਨੀ ਦੀ ਗੱਲ ਹੈ, ਕਿਉਂਕਿ ਜੋ ਅਸੀਂ ਅੱਜ ਪੰਜਾਬ ਦੇ ਵਿੱਚ ਕੀਤਾ ਹੈ, ਮੇਰਾ ਖਿਆਲ ਕਿਸੇ ਸੂਬੇ ਨੇ ਕੀਤਾ ਹੋਇਆ ਨਹੀਂ, ਔਰ ਮੈਂ ਹੋਰਾਂ ਸੂਬਿਆਂ ਦੀ ਗੱਲ ਨਹੀਂ ਕਰ ਸਕਦਾ, ਲੇਕਿਨ ਸਾਡੀ ਆਬਾਦੀ ਮੈਂ ਤੁਹਾਨੂੰ 3 ਕਰੋੜ ਦੱਸ ਰਿਹਾ, ਔਰ 2 ਕਰੋੜ ਤੋਂ ਉੱਪਰ ਅਸੀਂ ਗਰੀਬਾਂ ਨੂੰ ਪੈਕੇਟ ਖਾਣੇ ਦੇ ਅਸੀਂ ਦੇ ਚੁੱਕੇ ਉਹਨਾਂ ਦੇ ਕੋਲ। ਉਹਨਾਂ ਦੇ ਇਸ ਤੋਂ ਇਲਾਵਾ ਅਸੀਂ ਕਈਆਂ ਨੂੰ ਜਿਨ੍ਹਾਂ ਦੇ ਕੋਲ ਕੋਈ ਵੀ ਨਹੀਂ ਸੀ, ਉਹ ਰੋਟੀ ਬਣੀ ਹੋਈ ਰੋਟੀ ਖਾਣਾ ਚਾਹੁੰਦੇ ਸੀ, ਉਹ ਵੀ ਦਿਨ ਪਰ ਦਿਨ ਉਹਨਾਂ ਦੇ ਪੈਕੇਟ ਵਧਾਏ ਜਾ ਰਹੇ ਨੇ ਔਰ ਉਹਨਾਂ ਨੂੰ ਦੇ ਰਹੇ ਹਾਂ ਤਾਂ ਕਿ ਉਹਨਾਂ ਨੂੰ ਰੋਟੀ ਉਹ ਸਾਧਨ ਮਿਲ ਸਕਣ। ਲੇਕਿਨ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਇਹ ਕਿਸੇ ਕੋਈ ਰਹਿ ਗਿਆ ਹੋਏ, ਇਹ ਨਹੀਂ ਮੈਨੂੰ ਪਤਾ ਕਿਉਂ ਰਹਿ ਗਿਆ ਹੋਏ, ਕਿਉਂਕਿ ਸਾਡੇ ਪਹਿਲਾਂ ਤਾਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਸਾਡੀ ਫੂਡ ਡਿਪਾਰਟਮੈਂਟ, ਸਾਡੇ NGOs, ਸਾਡੇ ਗੁਰਦੁਆਰੇ ਸਾਹਿਬਾਨ, ਸਾਡੇ ਜਿਹੜੇ ਵੀ ਲੱਗੇ ਹੋਏ ਨੇ, ਸਾਰੇ ਲੱਗੇ ਹੋਏ ਨੇ ਇਸੇ ਕੰਮ ਵਿੱਚ ਕਿ ਲੋਕਾਂ ਨੂੰ ਕਿਸੇ ਨੂੰ ਭੁੱਖਾ ਸੌਣ ਹੀ ਨਹੀਂ ਦੇਣਾ ਪੰਜਾਬ ਦੇ ਵਿੱਚ। ਔਰ ਇਹੀ ਸਾਡਾ ਜਵਾਬ ਸੀ ਕਿ ਅਸੀਂ ਕਿਸੇ ਨੂੰ ਪੰਜਾਬ ਦੇ ਵਿੱਚ ਭੁੱਖਾ ਨਹੀਂ ਸੌਣ ਦੇਵਾਂਗੇ। ਸੋ ਇਹ ਪਤਾ ਨਹੀਂ ਮੈਂ ਕਿਉਂ ਹੋਇਆ, ਇਹਨੂੰ ਬੰਦੇ ਥੋੜ੍ਹੀ ਜਿਹੀ ਪੁੱਛਿਆ, ਇਹ ਵੀ ਮੈਂ ਜਰਾ ਚੈੱਕ ਕਰਾਂਗਾ। ਕੈਪਟਨ ਸਾਹਿਬ, ਇੱਕ ਹੋਰ ਗੱਲ ਹੈਗੀ, ਜਿੱਦਾਂ ਆਪਾਂ ਥੋੜ੍ਹਾ ਸਲੋਲੀ ਹੌਲੀ ਹੌਲੀ ਕਰਕੇ ਆਪਾਂ ਕਰਫਿਊ ਦੀ ਡੇਟ ਵਧਾਉਂਦੇ ਹਾਂ, ਇਹਨੂੰ ਇੱਕ ਵਾਰੀ ਕਿਉਂ ਨਹੀਂ ਵਧਾ ਦਿੰਦੇ? ਇਹ ਹੁਣ ਤੁਸੀਂ ਘਟਾ ਰਹੇ ਹੋ, ਕੁਝ ਲੋਕਾਂ ਨੂੰ ਥੋੜ੍ਹੀ ਸਹੂਲਤ ਵੀ ਦੇ ਰਹੇ ਹੋ, ਤੇ ਕੀ ਕਾਰਨ ਹੈ ਇਹਦਾ? ਇਹ ਹੈ ਕਿ ਬਹੁਤ ਲੋਕ ਨੇ ਜਿਨ੍ਹਾਂ ਦੇ ਛੋਟੇ ਛੋਟੇ ਘਰ ਨੇ, ਉਹਦੇ ਵਿੱਚ 8 ਪੂਰਾ ਪਰਿਵਾਰ ਬੈਠਾ, ਕਿੰਨੀ ਦੇਰ ਬੈਠੇ ਰਹਿਣਗੇ? ਲੋਕ ਦੁਖੀ ਹੋ ਜਾਂਦੇ, ਤੰਗ ਹੋ ਜਾਂਦੇ ਨੇ, ਬਾਹਰ ਜਾਣ ਦੀ ਲੋੜ ਹੁੰਦੀ। ਔਰ ਸਾਨੂੰ ਡਾਕਟਰਾਂ ਨੇ ਕਿਹਾ ਕਿ ਸਾਈਕੋਲੋਜੀਕਲ ਇੰਪੈਕਟ ਪੈ ਜਾਂਦਾ ਬੱਚਿਆਂ 'ਤੇ, ਤੋ ਇਸ ਕਰਕੇ ਜ਼ਰੂਰੀ ਸੀ ਕਿ ਥੋੜ੍ਹੀ ਦੇਰ ਵਾਸਤੇ ਅਸੀਂ ਖੋਲ੍ਹੀਏ। ਇਹ ਜ਼ਰੂਰ ਹੈ ਕਿ ਕੋਵਿਡ ਤੋਂ ਧਿਆਨ ਰੱਖਣਾ ਆਪਾਂ ਨੂੰ ਪਊ, ਲੇਕਿਨ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਦੀ ਮੈਂਟਲ ਹੈਲਥ ਜਿਹੜੀ ਹੈ ਔਰ ਉਹਨਾਂ ਦੀ ਸਿਹਤ ਨੂੰ ਠੀਕ ਰੱਖਣਾ, ਇਹ ਵੀ ਬਹੁਤ ਸਾਡੇ ਵਾਸਤੇ ਜ਼ਰੂਰੀ ਹੈ। ਤਾਂ ਅਸੀਂ ਖੋਲ੍ਹਿਆ 5 ਘੰਟੇ ਔਰ ਉਹਨਾਂ ਨੂੰ ਬਾਹਰ ਜਾਣ ਦੀ ਰਾਹਤ ਦਿੱਤੀ ਹੈ। ਔਰ ਇੱਕ ਸਮੇਂ ਆਊਗਾ ਸ਼ਾਇਦ ਅੱਗੇ ਨੂੰ, ਅਗਰ ਹਾਲਾਤ ਠੀਕ ਰਹਿਣ, ਕਿ ਅਸੀਂ ਇਹਨੂੰ ਹੋਰ ਵੀ ਅੱਗੇ ਵਧਾ ਸਕਾਂਗੇ। ਲੇਕਿਨ ਇਹ ਤੁਹਾਡੇ ਹੱਥ ਦੇ ਵਿੱਚ ਹੈ। ਅਗਰ ਤੁਸੀਂ ਜਦ ਜਾਓਗੇ ਬਾਹਰ, ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਨੇ ਉਸ 'ਤੇ ਤੁਸੀਂ ਆਪਣਾ ਅਮਲ ਕਰੋਗੇ, ਜੈਸੇ ਹੱਥ ਧੋਣਾ ਜਦ ਵਾਪਸ ਆਓਗੇ, ਜਾਣ ਲੱਗੇ ਮਾਸਕ ਪਾਉਣਾ, ਸ਼ਹਿਰ ਜਦ ਤੁਸੀਂ ਘੁੰਮੋਗੇ ਬਾਜ਼ਾਰਾਂ ਦੇ ਵਿੱਚ ਬਿਲਕੁਲ ਮਾਸਕ ਦੇ ਬਗੈਰ ਕਿਸੇ ਨੇ ਨਹੀਂ ਜਾਣਾ, ਇਹ ਕਰੋਗੇ। ਫਿਰ ਜੋ ਡਾਕਟਰਾਂ ਨੇ ਹੋਰ ਕਿਹਾ ਤੁਹਾਨੂੰ ਸੋਸ਼ਲ ਡਿਸਟੈਂਸਿੰਗ ਰੱਖਣੀ, ਨਾਲੇ ਹੱਥ ਧੋਣਾ, ਇਹ ਤੁਸੀਂ ਗੱਲਾਂ ਕਰਦੇ ਰਹੋ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਪਣਾ ਠੀਕ ਚੱਲੂਗਾ। ਔਰ ਉਹ ਰਾਹਤ ਜਿਹੜੀ ਮਿਲੀ ਹੈ ਉਹਦਾ ਸਾਈਕੋਲੋਜੀਕਲੀ ਵੀ ਔਰ ਲੋਕਾਂ ਦੀ ਸਿਹਤ 'ਤੇ ਵੀ ਇਹਦਾ। ਕੈਪਟਨ ਸਾਹਿਬ, ਇੱਕ ਹੋਰ ਸਵਾਲ ਹੈ। ਇਹ ਕਿਸੇ ਨੇ ਫੇਸਬੁੱਕ 'ਤੇ ਇਹ ਲਿਖਿਆ ਕਿ ਸਾਡੇ ਡਾਕਟਰ ਲੜਾਈ ਨਾਲ ਲੜ ਸਕਦੇ ਨੇ, ਸਾਡੇ ਡਾਕਟਰ ਕਰੋਨਾ ਲੜਾਈ ਨਾਲ ਲੜ ਸਕਦੇ ਨੇ, ਇਸ ਬਾਰੇ ਕੀ ਕਹਿਣਾ? ਕੀ ਆਪਣੇ ਡਾਕਟਰ ਉਸ ਲੜਾਈ ਨਾਲ ਚੰਗੀ ਤਰ੍ਹਾਂ ਲੜ ਸਕਦੇ ਆ ਜਾਂ ਥੱਕੇ ਟੁੱਟੇ ਬੈਠ ਚੁੱਕੇ ਹੈ? ਡਾਕਟਰ ਤਾਂ ਸਾਰੀ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਜੋ ਸਿਖਲਾਈ ਹੈ, ਜੋ ਸਾਰੀ ਉਮਰ ਦਾ ਤਜਰਬਾ ਹੈ, ਇਹ ਤਾਂ ਸਾਰੀ ਚੀਜ਼ ਨਾਲ ਰੱਖ ਸਕਦੇ ਨੇ। ਲੇਕਿਨ ਦੁਨੀਆ ਨੂੰ ਇਹ ਨਹੀਂ ਪਤਾ ਅੱਜ ਕਿ ਕੋਵਿਡ ਚੀਜ਼ ਕੀ ਹੈ।
ਇਹ ਜਦੋਂ ਉੱਥੋਂ ਪਤਾ ਲੱਗੂਗਾ ਇੱਕ ਵਾਇਰਸ ਹੈ ਸਾਨੂੰ ਪਤਾ ਹੈ, ਲੇਕਿਨ ਕਹਿੰਦੇ ਨੇ ਆਪਣਾ ਉਹ ਮਿਊਟੇਟ ਕਰਦਾ ਰਹਿੰਦਾ, ਬਦਲਦਾ ਰਹਿੰਦਾ ਆਪਣੇ ਆਪ। ਉਸ ਚੀਜ਼ ਨੂੰ ਉਹ ਮਿਊਟੇਸ਼ਨ ਵਾਸਤੇ ਵੀ ਇਹ ਅੱਜ ਤੁਸੀਂ ਦਵਾਈ ਬਣੋ, ਕਦੇ ਉਹਦਾ ਮਿਊਟੇਸ਼ਨ ਕੁਝ ਹੋਰ ਬਣ ਗਈ, ਫਿਰ ਕੋਈ ਹੋਰ ਦਵਾਈ ਭਾਲੋ, ਇਹ ਚੀਜ਼ਾਂ ਚੱਲਦੀਆਂ ਨੇ। ਲੇਕਿਨ ਇਸ ਵੇਲੇ ਸਾਰੀ ਦੁਨੀਆ ਦੀ ਫਾਰਮਾਸਿਊਟੀਕਲ ਕੰਪਨੀਆਂ ਔਰ ਲੈਬੋਰੇਟਰੀਜ਼ ਇਸ ਕੰਮ 'ਚ ਲੱਗੀਆਂ ਹੋਈਆਂ ਨੇ। ਪਤਾ ਲੱਗ ਰਿਹਾ ਇਜ਼ਰਾਈਲ ਨੇ ਕੋਈ ਅੱਗੇ ਕੁਝ ਕੱਢ ਲਿੱਤਾ, ਕੁਝ ਇਹ ਵੀ ਸੁਣਿਆ ਕਿ ਯੂਕੇ ਦੇ ਵਿੱਚ ਕੁਝ ਨਿਕਲੀਆਂ ਨੇ, ਅਮਰੀਕਾ ਨੇ ਅਨਾਊਂਸ ਕੀਤਾ ਕਿ ਸਾਡੇ ਕੋਲ ਵੀ ਹੈ। ਲੇਕਿਨ ਜਦ ਨੂੰ ਇਹ ਆਉਣਗੀਆਂ ਫੀਲਡ ਦੇ ਵਿੱਚ ਔਰ ਮੈਦਾਨ 'ਚ ਔਰ ਸਾਡੇ ਹਸਪਤਾਲ ਔਰ ਸਾਡੇ ਕੈਮਿਸਟ ਦੀ ਦੁਕਾਨਾਂ ਦੇ ਵਿੱਚ, ਉਹਨੂੰ ਲੱਗ ਜੂਗਾ 4-5 ਮਹੀਨੇ। ਸੋ ਉਦੋਂ ਤਾਈਂ ਸਾਡੇ ਡਾਕਟਰ ਬੜੇ ਕਾਬਲ ਤਰੀਕੇ ਨਾਲ ਇਸ ਨੂੰ ਸਾਂਭ ਰਹੇ ਨੇ। ਪਰ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਕੀ ਮਤਲਬ ਹੈ? ਕਾਰਨ ਕਿਉਂ? ਕਿਉਂਕਿ ਅਸੀਂ ਦੂਰ ਰੱਖਣਾ ਚਾਹੁੰਦੇ ਹਾਂ ਇਹ ਆਪਣੇ ਲੋਕਾਂ ਨੂੰ ਇਸ ਬਿਮਾਰੀ ਤੋਂ। ਇੱਕ ਵਾਰ ਉਹ ਬਿਮਾਰੀ ਆ ਜੇ, ਅਗਰ 2-3 ਮਹੀਨਿਆਂ ਬਾਅਦ ਆ ਜੇ ਔਰ ਸਾਡੇ ਕੋਲ ਵੈਕਸੀਨ ਹੈ, ਫਿਰ ਤਾਂ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ। ਲੇਕਿਨ ਜਦੋਂ ਤਾਈਂ ਉਹ ਵੈਕਸੀਨ ਔਰ ਉਹ ਦਵਾਈਆਂ ਤਿਆਰ ਨਹੀਂ ਹੁੰਦੀਆਂ, ਸੋਸ਼ਲ ਡਿਸਟੈਂਸਿੰਗ ਔਰ ਡਾਕਟਰ ਕਹਿੰਦੇ ਨੇ ਤਾਂ ਕਿ ਤੁਹਾਨੂੰ ਇਹ ਬਿਮਾਰੀ ਲੱਗੇ ਨਾ। ਔਰ ਇਸ ਕਰਕੇ ਤੁਸੀਂ ਇਹਦਾ ਧਿਆਨ ਰੱਖੋ ਔਰ ਤੁਸੀਂ ਡਾਕਟਰ ਨੇ ਜੋ ਕਿਹਾ ਕਹੋ, ਔਰ ਵਾਹਿਗੁਰੂ ਕਰੇ ਇਹ ਦਵਾਈ ਨਿਕਲ ਆਉਣੀ ਹੈ ਕੁਝ ਮਹੀਨਿਆਂ 'ਚ, ਔਰ ਫਿਰ ਆਪਾਂ ਸਾਰਿਆਂ ਨੂੰ ਸੁਰੱਖਿਅਤ ਕਰ ਸਕਾਂਗੇ। ਮੇਰੀ ਕੋਸ਼ਿਸ਼ ਹੁੰਦੀ ਹੈ ਹਰ ਵੇਲੇ, ਔਰ ਕਈਆਂ ਨਾਲ ਮੈਂ ਗੱਲ ਕੀਤੀ ਹੋਣੀ ਹੈ ਆਪਣੇ ਇਸ ਫੋਨ ਦੇ ਉੱਪਰ। ਮੇਰਾ ਖਿਆਲ ਡੇਲੀ ਮੇਰੇ ਕੋਲ ਕੋਈ 400-500 ਕੋਈ ਸਵਾਲ ਆਉਂਦੇ ਨੇ। ਹੁਣ 400-500 ਦਾ ਤਾਂ ਮੈਂ ਜਵਾਬ ਦੇ ਨਹੀਂ ਸਕਦਾ, ਤੁਹਾਨੂੰ ਪਤਾ ਹੈ, ਨਹੀਂ ਤਾਂ ਮੇਰਾ ਸਾਰਾ ਕੰਮ ਟੈਲੀਫੋਨ 'ਤੇ ਲੱਗ ਜੂਗਾ ਔਰ ਮੈਂ ਕੋਈ ਸਰਕਾਰ ਦਾ ਕੰਮ ਹੀ ਨਹੀਂ ਕਰ ਸਕੂੰ। ਲੇਕਿਨ ਇਹ ਜਿਹੜਾ ਹੈ, ਇਹਦੇ ਵਿੱਚੋਂ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਅੱਜ ਆਈਆਂ ਨੇ ਔਰ ਅੱਜ ਸ਼ੁਰੂਆਤ ਕੀਤੀ ਹੈ। ਔਰ ਹਰ ਹਫਤੇ ਦਾ ਤੁਹਾਡੇ ਨਾਲ ਇੱਕ ਦਿਨ ਮੈਂ ਲਾਵਾਂਗਾ। ਸਾਰੇ ਜੈਸੇ ਸਵਾਲ ਹੈ ਕੁਛ ਤਾਂ ਮੈਂ ਦੇ ਦੇਣਾ ਟੈਲੀਫੋਨ 'ਤੇ ਹੀ, ਪਰ ਜਿਹੜੇ ਬਾਕੀ ਸਵਾਲ ਰਹਿ ਜਾਂਦੇ ਨੇ, ਕੁਝ ਅਹਿਮ ਸਵਾਲ ਮੈਂ ਸਮਝਦਾ ਉਹ ਤੁਹਾਡੇ ਨਾਲ ਮੈਂ ਇੱਕ ਵਾਰ ਹਫਤੇ 'ਚ ਜ਼ਰੂਰ ਗੱਲ ਕਰਾਂਗਾ। ਕੈਪਟਨ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਜਿਹੜਾ ਤੁਸੀਂ ਅੱਜ ਜਨਤਾ ਦੇ ਨਾਲ ਰੂਬਰੂ ਹੋਏ ਹੋ, ਜ਼ਮੀਨ ਦੇ ਨਾਲ ਜੁੜੇ ਹੋਏ ਹੋ, ਔਰ ਲੋਕਾਂ ਦੇ ਹਰ ਦੁੱਖ ਸੁੱਖ 'ਤੇ ਸਾਥ ਦੇਣ ਵਾਲੇ ਹੋ, ਅਤੇ ਲੋਕਾਂ ਦੀ ਹਰ ਗੱਲ ਤੁਸੀਂ ਬੜੇ ਗਹਿਰਾਈ ਨਾਲ ਸਮਝਦੇ ਹੋ। ਅਤੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ।